ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੀਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ। ਸੁਖੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਸੂਹੀ ਮਹਲਾ ਪੰਜਵਾ। ਬਹਿਤੇ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੈ ਨਿਤ ਪਾਰਚ। ਬਹਿਤੇ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੇ ਨਿਤ ਪਾਰਚ। ਮਾਧਵੇ ਭਜ ਦਿਨ ਨਿਤ ਰੈਣੀ, ਜਨਮ ਪਦਾਰਥ ਜੀਤ ਹਰਿ ਸ਼ਰਣੀ। ਰਹਾਉ ਕਰਤ ਵਿਕਾਰ ਦੋ ਕਰ ਝਾਰਤ, ਰਾਮ ਰਤਨ ਰਿਦ ਤਿਲ ਨਹੀਂ ਧਾਰਤ। ਭਰਨ ਪੋਖਣ ਸੰਗ ਔਦ ਬਿਹਾਣੀ, ਜੈ ਜਗਦੀਸ਼ ਕੇ ਗਤ ਨਹੀਂ ਜਾਣੀ। ਸ਼ਰਨ ਸਮਰੱਥ ਅਗੋਚਰ ਸੁਆਮੀ, ਉਧਰ ਨਾਨਕ ਪ੍ਰਭ ਅੰਤਰਜਾਮੀ। ਸ਼ਰਨ ਸਮਰੱਥ ਅਗੋਚਰ ਸੁਆਮੀ, ਉਧਰ ਨਾਨਕ ਪ੍ਰਭ ਅੰਤਰਜਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ
ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਹੀ ਮਹਲਾ ਪੰਜਵਾ। ਬਹਿਤੇ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਸੂਹੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 743 ਅਤੇ 744 ਦੇ ਉੱਤੇ ਸਬਾਇਮਾਨ ਨੇ। ਧੰਨ ਗੁਰੂ ਅਰਜਨ ਦੇਵ ਜੀ ਨੇ ਅੱਜ ਦੇ ਹੁਕਮ ਰਾਹੀਂ ਜੋ ਸਾਨੂੰ ਉਪਦੇਸ਼ ਦਿੱਤਾ ਹੈ, ਔਰ ਸਤਿਗੁਰੂ ਜੀ ਨੇ ਮੁੱਖ ਰੂਪ ਦੇ ਵਿੱਚ ਸਾਨੂੰ ਦੋ ਗੱਲਾਂ ਸਮਝਾਈਆਂ ਨੇ ਕਿ ਗੁਰੂ ਕੇ ਸਿੱਖਾ ਦੇਖ, ਤੂੰ ਗੁਰੂ ਦੇ ਸ਼ਰਨ ਵਿੱਚ ਆਇਆ ਹੈ, ਆਪਣੀ ਅਰਦਾਸ ਬੇਨਤੀ ਜੋਦੜੀ ਕਰਨ ਵਾਸਤੇ ਆਇਆ ਹੈ, ਔਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਅਰਦਾਸ ਪ੍ਰਵਾਨ ਹੁੰਦੀ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ, ਦੇਖ ਅੱਜ ਤੂੰ ਆਪਣੀ ਗੱਲ ਕਹਿ ਕੇ ਚੱਲਿਆ ਹੈ, ਤੇ ਇਹ ਦੋ ਗੱਲਾਂ ਜੀਵਨ ਦੇ ਵਿੱਚ ਯਾਦ ਰੱਖੀ। ਜਿੱਡਾ ਮਰਜੀ ਫਿਰ ਦੁੱਖ ਆ ਜਾਵੇ, ਉਹ ਦੁੱਖ ਕਦੇ ਦੁਖੀ ਕਰੇਗਾ ਨਹੀਂ। ਔਰ ਸਤਿਗੁਰੂ ਜੀ ਨੇ ਵਿਸ਼ੇਸ਼ ਰੂਪ ਦੇ ਵਿੱਚ ਦੋ ਗੱਲਾਂ ਸਮਝਾਈਆਂ ਨੇ ਕਿ ਇੱਕ ਉਸ ਰੱਬ ਪਰਮੇਸ਼ਰ ਦੀ ਕਿਰਪਾ ਦੇ ਨਾਲ ਇਹ ਮਨੁੱਖਾ ਦੇਹੀ ਮਿਲੀ, ਤੇ ਜੇ ਇਹ ਦੇਹੀ ਮਿਲੀ ਹੈ, ਦੂਸਰੀ ਗੱਲ ਇਹ ਚੇਤੇ ਕਰਾਈ ਕਿ ਉਹਨੂੰ ਦਿਨ ਰਾਤ ਸਿਮਰਿਆ ਕਰ, ਕਿਉਂਕਿ ਜਿਹੜਾ ਜਨਮ ਮਿਲਿਆ ਹੈ ਮਨੁੱਖਾ ਜਨਮ, ਇਸ ਜਨਮ ਦੇ ਬਾਅਦ ਜਿਹਨੂੰ ਜਿੱਤ ਕੇ ਜਾਏਗਾ ਜਨਮ ਸਖਾਰਤਾ ਹੋ ਜਾਏਗਾ। ਔਰ ਸਤਿਗੁਰੂ ਜੀ ਨੇ ਇਹ ਗੱਲਾਂ ਸਮਝਾਉਂਦੇ ਹੋਏ ਪਹਿਲੇ ਪਾਵਨ ਬਚਨ ਕਹੇ। ਰਹਾਉ ਦੀਆਂ ਪੰਕਤੀਆਂ ਸ਼ਬਦ ਦਾ ਕੇਂਦਰੀ ਭਾਵ ਹੈ, ਜਿੰਦੇ 'ਚ ਗੁਰੂ ਸਾਹਿਬ ਜੀ ਕਹਿੰਦੇ ਨੇ, ਮਾਧਵੇ ਭਜ ਦਿਨ ਨਿਤ ਰਹਿਣੀ। ਮਾਧਵੇ ਉਸ ਮਾਇਆ ਦੇ ਪਤੇ ਰੱਬ ਪਰਮੇਸ਼ਰ ਨੂੰ ਸਤਿਗੁਰੂ ਜੀ ਕਹਿੰਦੇ ਨੇ ਭਜ, ਸਿਮਰ। ਔਰ ਦੇਖੋ ਇੱਥੇ ਘੰਟਿਆਂ ਦੀ ਗਿਣਤੀ ਨਹੀਂ ਕੀਤੀ, ਭਾਵੇਂ ਕੁਝ ਕਰਦੇ ਨੇ ਕਿ 2.5 ਘੰਟੇ ਜਾਂ ਕਿੰਨੇ ਘੰਟੇ, ਪਰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਮਾਧਵੇ ਉਸ ਮਾਧਵ ਨੂੰ, ਰੱਬ ਨੂੰ, ਪਰਮੇਸ਼ਰ ਨੂੰ ਭਜ ਪਾਈ। ਤੇ ਕਿੰਨਾ ਕੁ ਸਮਾਂ ਕਹਿੰਦੇ, ਦਿਨ ਨਿਤ ਰਹਿਣੀ। ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ, ਹਰ ਵੇਲੇ ਸਿਮਰ, ਹਰ ਵੇਲੇ ਭਜ। ਤੇ ਸਿਮਰਨਾ ਕਾਹਦੇ ਲਈ ਹੈ ਜੀ? ਅੱਗੇ ਕਹਿੰਦੇ ਨੇ, ਜਨਮ ਪਦਾਰਥ ਜੀਤ ਹਰ ਸ਼ਰਣੀ, ਕਿ ਇਹ ਜਨਮ ਪਦਾਰਥ ਮਨੁੱਖਾ ਤੇ ਹੀ ਜਿਹੜੀ ਤੈਨੂੰ ਮਿਲੀ ਹੈ ਬੜਾ ਕੀਮਤੀ ਪਦਾਰਥ ਹੈ। ਇਸ ਕੀਮਤੀ ਪਦਾਰਥ ਨੂੰ, ਮਨੁੱਖਾ ਦੇਹੀ ਨੂੰ, ਮਨੁੱਖਾ ਜੀਵਨ ਦੀ ਬਾਜੀ ਨੂੰ ਭਾਈ ਜਿੱਤ ਕੇ ਜਾਏਗਾ। ਹਰ ਸ਼ਰਣੀ ਹਰੇ ਰੱਬ ਪਰਮੇਸ਼ਰ ਦੀ ਸ਼ਰਨ ਵਿੱਚ ਪਹੁੰਚੇਗਾ। ਔਰ ਗੁਰੂ ਸਾਹਿਬ ਜੀ ਨੇ ਇੱਥੇ ਸਮਝਾਇਆ ਹੈ ਕਿ ਭਜਨ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਇਸ ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤਿਆ ਨਹੀਂ ਜਾ ਸਕਦਾ। ਉਹਨੂੰ ਦਿਨ ਰਾਤ ਸਿਮਰ, ਇਸ ਜਨਮ ਦੀ ਬਾਜੀ ਨੂੰ ਜਿੱਤ ਕੇ ਜਾਈ। ਤੇ ਸਤਿਗੁਰੂ ਜੀ, ਸਾਡਾ ਸਵਾਲ ਹੁੰਦਾ ਹੈ ਕਿ ਹਾਲੇ ਉਮਰ 30 ਸਾਲ ਦੀ ਹੈ, ਕਿਉਂਕਿ ਜਿਹੜੇ ਬਹਾਨੇ ਲੱਗਦੇ ਨੇ ਸ਼ੁਰੂ ਤੋਂ ਲੱਗਦੇ ਨੇ ਨਾ ਜੀ। ਸਮਝਾਇਆ ਜਾਂਦਾ ਖੰਡੇ ਬਾਟੇ ਦੀ ਪੌੜ ਲਓ ਭਾਈ, ਫਿਰ ਬਹਾਨੇ ਲੱਗਦੇ ਨੇ ਵਿਆਹ ਤੋਂ ਬਾਅਦ ਇਕੱਠੇ ਲਵਾਂਗੇ।
ਭਾਈ ਹੁਣ ਜਨ ਖੰਡੇ ਬਾਟੇ ਦੀ ਪਊ ਲੈ ਲਓ, ਵੀ ਬੱਚੇ ਥੋੜੇ ਵੱਡੇ ਹੋ ਜਾਣਗੇ ਫਿਰ ਲਵਾਂਗੇ, ਹੁਣ ਲੈ ਲਓ ਫਿਰ ਵਿਆਹੇ ਜਾਣਗੇ ਫਿਰ ਲਵਾਂਗੇ। ਕਿਉਂ ਜੀ ਇੰਨੀ ਛੇਤੀ ਕਹਿੰਦੀ ਹੈ? ਸਤਿਗੁਰੂ ਕਹਿੰਦੇ ਨੇ ਦਿਨ ਰਾਤ ਭੱਜ, ਕਿਉਂਕਿ ਅਸੀਂ ਸਮਝਦੇ ਸਾਡੇ ਕੋਲ ਸਮਾਂ ਬੜਾ ਹੈ ਕਿ ਹਲੇ 50 ਸਾਲ ਪਏ ਨੇ, ਹਲੇ 60-70 ਸਾਲ ਹੋ ਕਿਤੇ ਨਹੀਂ ਜਾਂਦੇ। ਕਿ ਜਿਵੇਂ ਅਸੀਂ ਪਟਾ ਲਿਖਾ ਕੇ ਆਏ ਔਰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਭਾਈ ਪਟਾ ਲਿਖਾਇਆ ਤੂੰ ਜ਼ਰੂਰ ਹੈ, ਪਰ ਪਟਾ ਇੱਥੇ ਰਹਿਣ ਦਾ ਨਹੀਂ ਲਿਖਾਇਆ, ਉਹ ਪਟਾ ਇੱਥੋਂ ਜਾਣ ਦਾ ਲਿਖਾਇਆ ਹੈ ਕਿ ਮਰਨ ਲਿਖਾਏ ਮੰਡਲ ਮਹਿ ਆਏ। ਇਸ ਜੀਵਨ ਦੇ ਵਿੱਚ ਇੱਥੇ ਆ ਕੇ ਦੇਖੋ, ਭਾਵੇਂ ਸਰਟੀਫਿਕੇਟ ਸਾਨੂੰ ਮਿਲ ਜਾਂਦੇ ਨੇ ਕਿ ਫਲਾਣੇ ਦਿਨ ਫਲਾਣੇ ਸਮੇਂ ਇੰਨੇ ਵੱਜ ਕੇ ਇੰਨੇ ਮਿੰਟ ਤੇ ਫਲਾਣੀ ਥਾਂ ਤੇ ਜਨਮ ਹੋਇਆ, ਸਰਟੀਫਿਕੇਟ ਤਿਆਰ ਹੋ ਗਿਆ। ਇਹ ਸਰਟੀਫਿਕੇਟ ਸਾਨੂੰ ਮਿਲ ਜਾਂਦੇ ਨੇ, ਪਰ ਜਿਹੜਾ ਡੈਥ ਸਰਟੀਫਿਕੇਟ ਹੈ ਨਾ, ਉਹ ਅਸਲ ਵਿੱਚ ਤੂੰ ਉੱਥੋਂ ਲੈ ਕੇ ਆਇਆ ਹੈ। ਪਰ ਗੁਰੂ ਸਾਹਿਬ ਜੀ ਅੱਜ ਉਹੀ ਸਮਝਾਉਂਦੇ ਨੇ, ਬਹਿਤੇ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਭਾਈ ਇਹ ਸਵਾਸਾਂ ਦੀ ਪੂੰਜੀ ਜਿਹੜੀ ਹੈ, ਸਵਾਸਾਂ ਦੀ ਨਦੀ ਜਿਹੜੀ ਹੈ, ਇਹ ਵਗਦੀ ਜਾ ਰਹੀ ਹੈ, ਇਹ ਦਿਨੋਂ ਦਿਨ ਘਟਦੇ ਜਾ ਰਹੇ ਨੇ, ਪਰ ਤੂੰ ਕਦੇ ਇਸ ਪਾਸੇ ਨਜ਼ਰ ਮਾਰੀ ਨਹੀਂ, ਕਦੇ ਦ੍ਰਿਸ਼ਟ ਨਾ ਧਾਰਤ, ਕਦੇ ਨਹੀਂ ਵਿਚਾਰਿਆ। ਕਿਉਂਕਿ ਦੇਖੋ ਜਿਤਨੇ ਵੀ ਆਪਾਂ ਸੁਣ ਰਹੇ ਹਾਂ, ਬੈਠੇ ਹਾਂ, ਹਰ ਕਿਸੇ ਦੇ ਅੰਦਰ ਹੁੰਦਾ ਅੱਜ ਬੱਚਾ 1 ਸਾਲ ਦਾ ਹੋ ਗਿਆ, ਜਨਮ ਦਿਨ ਮਨਾਇਆ 5 ਸਾਲ ਦਾ ਹੋ ਗਿਆ, ਅੱਜ ਮੇਰਾ ਬੱਚਾ ਵੱਡਾ ਹੋ ਗਿਆ। ਔਰ ਬਾਬਾ ਕਬੀਰ ਜੀ ਨੇ ਪਾਵਨ ਬਚਨ ਕਹੇ ਨੇ, ਜਿੱਥੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਅੱਜ ਸਮਝਾਉਂਦੇ ਨੇ, ਭਈ ਪਾਣੀ ਜਿਹੜਾ ਨਿਕਲ ਜੇ ਉਹ ਵਾਪਸ ਆਉਂਦਾ ਨਹੀਂ, ਨਦੀ ਵਗਦੀ ਜਾਂਦੀ ਹੈ, ਸਵਾਸ ਜਿਹੜੇ ਨਿਕਲ ਕੇ ਵਾਪਸ ਥੋੜੀ ਆਉਣੇ ਨੇ। ਇਹ ਤੇ ਇੱਕ ਇੱਕ ਦਿਨ ਕਰਕੇ, ਦਿਨ ਵੀ ਹੋਵੇ ਰਾਤ ਵੀ ਹੋਵੇ, ਇਹਨੇ ਚੱਲਦੇ ਹੀ ਰਹਿਣਾ, ਘਟਦੇ ਰਹਿਣਾ, ਇਹਨੇ ਵਧਣਾ ਨਹੀਂ। ਬਾਬਾ ਕਬੀਰ ਜੀ ਕਹਿੰਦੇ ਨੇ, ਮਾਂ ਭੋਲੀ ਜਾਣਦੀ ਨਹੀਂ, ਉਹ ਜਨਮ ਦਿਨ ਮਨਾਉਂਦੇ ਕਿ ਬੱਚਾ ਵੱਡਾ ਹੋ ਗਿਆ, ਪਰ ਬਾਬਾ ਕਬੀਰ ਜੀ ਸਮਝਾਉਂਦੇ ਨੇ, ਭੋਲੀ ਮਾਂ ਵੱਡਾ ਨਹੀਂ ਹੋਇਆ। ਉਹ ਜਿਹੜਾ ਪਟਾ ਲਿਖਾ ਕੇ ਆਇਆ ਸੀ ਨਾ, ਉਸ ਪਟੇ ਵਾਲੇ ਪਾਸੇ ਤੁਰਿਆ ਜਾ ਰਿਹਾ ਹੈ। ਜੇ 50 ਸਾਲ ਦਾ ਲਿਖਾਇਆ ਸੀ, 70 ਦਾ ਲਿਖਾਇਆ ਸੀ, ਅੱਜ 5-7 ਸਾਲ ਉਹਦੇ ਵਿੱਚੋਂ ਘਟ ਗਏ ਨੇ। ਜਨਨੀ ਜਾਣਤ ਸੁਤ ਬੜਾ ਹੋਤ ਹੈ, ਪਰ ਬਾਬਾ ਕਬੀਰ ਜੀ ਕਹਿੰਦੇ ਨੇ, ਇਤਨਾ ਕੂ ਨਾ ਜਾਣੈ। ਜੇ ਦਿਨ ਦਿਨ ਔਦ ਘਟਦਾ ਹੈ ਤੇ ਇਕੱਲੇ ਦਿਨ ਨਹੀਂ, ਗੁਰੂ ਸਾਹਿਬ ਜੀ ਕਹਿੰਦੇ ਨੇ ਦਿਨੇ ਵੀ ਰਾਤ ਲਗਾਤਾਰ ਸਵਾਸਾਂ ਦੀ ਨਦੀ ਵਗਦੀ ਜਾ ਰਹੀ ਹੈ, ਇਹ ਘਟਦੀ ਜਾ ਰਹੀ ਹੈ। ਹੁਣ ਸਤਿਗੁਰੂ ਜੀ ਨੇ ਇੱਥੇ ਸਮਝਾਇਆ, ਦੇਖੋ ਇਹ ਨਦੀ ਜਿਹੜੀ ਸਵਾਸਾਂ ਦੀ ਵਗਦੀ ਹੈ, ਤੇ ਕਿੰਨਾ ਕੁ ਚਿਰ ਨੂੰ ਸਾਂਭੇਗਾ, ਕਿੰਨਾ ਕੁ ਚਿਰ ਰੁਕੇਗਾ। ਬਾਬਾ ਫਰੀਦ ਜੀ ਨੇ ਇੱਕ ਪਾਵਨ ਬਚਨ ਕਿਹਾ ਹੈ ਕਿ ਬੰਦਾ ਕੋਠੇ ਦੇ ਉੱਤੇ ਚੜ੍ਹ ਕੇ ਭੱਜੇ ਤੇ ਕੋਠੇ ਤੇ ਕਿੰਨਾ ਕੁ ਭੱਜ ਲੇਗਾ ਜੀ। ਇੱਕ ਮਕਾਨ ਹੈ 4 ਕਦਮ ਨਹੀਂ ਤੇ 5-6 ਭੱਜ ਲੇਗਾ, ਕਿਉਂਕਿ ਅੱਗੋਂ ਛੱਤ ਮੁੱਕ ਜਾਣੀ, ਖਤਮ ਹੋ ਜਾਣੀ। ਔਰ ਬਾਬਾ ਕਬੀਰ ਜੀ ਕਹਿੰਦੇ ਨੇ, ਜੀਵਨ ਬਿਲਕੁਲ ਉਸ ਕੋਠੇ ਦੀ ਤਰ੍ਹਾਂ ਹੈ। ਇਹਨਾਂ ਪਦਾਰਥਾਂ ਦੇ ਪਿੱਛੇ ਤੂੰ ਕਿੰਨਾ ਕੁ ਭੱਜੇਗਾ, ਆਖਰ ਇਹ ਜੀਵਨ ਦੇ ਅੱਗੇ ਕੋਠੇ ਦੀ ਛੱਤ ਜਿਹੜੀ ਮੁੱਕ ਜਾਣੀ ਹੈ। ਇਹ ਜਿਹੜੇ ਗਿਣੇ ਮਿਣੇ ਦਿਨ ਮਿਲੇ ਨੇ, ਗਿਣੇ ਮਿਣੇ ਸਵਾਸ ਮਿਲੇ ਨੇ, ਇਹਦੇ ਕਦੇ ਨਿਗਾਹ ਤੇ ਮਾਰ ਮਿਲੇ ਕਿਉਂ? ਜਿਹਨੂੰ ਅੱਜ ਗੁਰੂ ਸਾਹਿਬ ਜੀ ਕਹਿੰਦੇ ਨੇ, ਬਹਿਤੇ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਤੇ ਬਾਬਾ ਫਰੀਦ ਜੀ ਨੂੰ ਉੱਥੇ ਪਾਵਨ ਬਚਨ ਕਹੇ ਨੇ, ਫਰੀਦਾ ਕੋਠੇ ਧੁੱਕਣ ਕੇਤੜਾ। ਧੁੱਕਣ ਦਾ ਅਰਥ ਦੌੜਨਾ, ਭੱਜਣਾ। ਵੀ ਕੋਠੇ ਤੇ ਕਿੰਨਾ ਕੁ ਬੰਦਾ ਭੱਜ ਲੇਗਾ ਜੀ। ਕਹਿੰਦੇ ਫਰੀਦਾ ਕੋਠੇ ਧੁੱਕਣ ਕੇਤੜਾ, ਪਿਰ ਨੀਂਦੜੀ ਨਿਵਾਰ। ਉਸ ਪਿਰ ਸਾਈਂ ਵੱਲੋਂ ਜਿਹੜੀ ਗਾਫਲਤਾ ਦੀ ਨੀਂਦ ਵਿੱਚ ਸੁੱਤਾ ਪਿਆ ਨਾ, ਇਸ ਨੀਂਦ ਨੂੰ ਛੱਡ। ਜੇ ਰੱਬ ਵੱਲੋਂ ਗਾਫਲ ਹੋਵੇਗਾ ਵੀ ਤੇ ਕਦੋਂ ਤੱਕ ਹੋਇਆ ਰਹੇਗਾ, ਇਹ ਕੋਈ ਪਤਾ ਨਹੀਂ ਨਦੀ ਕਿੱਥੇ ਰੁਕ ਜੇ। ਦੇਖੋ ਨਦੀਆਂ ਦੇ ਵਿੱਚ ਅੱਜ ਕੱਲ੍ਹ ਹੜ੍ਹ ਆਉਂਦੇ ਨੇ ਨਾ, ਇਹ ਨਦੀਆਂ ਦੇ ਵਿੱਚ ਹੜ੍ਹ ਆਉਣ ਇਹ ਜ਼ਰੂਰੀ ਨਹੀਂ, ਪਰ ਕਦੇ ਕਦੇ ਆ ਜਾਂਦੇ ਨੇ। ਤੇ ਹੜ੍ਹ ਆਉਣ ਦਾ ਕਾਰਨ ਕੀ ਹੁੰਦਾ ਜੀ? ਆਪਾਂ ਕਹਿ ਦਿੰਦੇ ਪਾਣੀ ਬਹੁਤ ਸਾਰਾ ਆ ਗਿਆ, ਆਉਣ ਦੀ ਗੱਲ ਨਹੀਂ, ਜਿੰਨਾ ਮਰਜ਼ੀ ਆ ਜਾਏ। ਅਸਲ ਵਿੱਚ ਹੜ੍ਹ ਦਾ ਕਾਰਨ ਇਹ ਹੈ ਕਿ ਅੱਗੇ ਜਿੱਥੋਂ ਪਾਣੀ ਜਾਣਾ ਹੈ, ਅੱਗੇ ਰੁਕਾਵਟ ਹੈ। ਪਾਣੀ ਦੇ ਅੱਗੇ ਰੁਕਾਵਟ, ਨਦੀ 'ਚ ਹੜ੍ਹ ਹੈ।
ਤੇ ਜੇ ਇਸ ਸਰੀਰ ਨੂੰ ਨਦੀ ਮੰਨੀਏ, ਇਹਦੇ ਵਿੱਚ ਚੱਲ ਰਹੇ ਇਹ ਸਵਾਸ ਪਾਣੀ ਮੰਨ ਲਈਏ, ਬਸ ਨਦੀ 'ਚ ਪਾਣੀ ਦਾ ਰੁਕ ਜਾਣਾ ਹੜ ਹੈ, ਤੇ ਇਸ ਜੀਵਨ ਦੇ ਵਿੱਚ ਸਵਾਸਾਂ ਦਾ ਰੁਕ ਜਾਣਾ ਹੜ ਹੈ। ਔਰ ਸਤਿਗੁਰੂ ਜੀ ਕਹਿੰਦੇ ਨੇ ਇਹ ਹੜ ਤੇ ਲਾਜ਼ਮੀ ਆਏਗਾ, ਪੱਕਾ ਆਏਗਾ। ਨਦੀਆਂ ਵਿੱਚ ਤੇ ਕਦੇ ਕਦੇ ਆਉਂਦਾ ਹੈ, ਪਰ ਇਹਦੇ ਗਰੰਟੀ ਕੋਈ ਨਹੀਂ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਤੇ ਸਾਨੂੰ ਬਹੁਤ ਥਾਵਾਂ ਤੇ, ਹਮ ਆਦਮੀ ਹਾਂ ਇੱਕਦਮ ਹੀ, ਮੋਹਲਤ ਮੁਹਤ ਨਾ ਜਾਣਾ, ਕੋਈ ਨਹੀਂ ਜਾਣਦਾ ਉਹ ਇੱਕਦਮ ਕਦੋਂ ਨਿਕਲਣਾ ਹੈ, ਬਸ ਇੱਕੋ ਦਮ ਦੀ ਖੇਡ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਭਾਈ ਕੋਠੇ ਤੇ ਕਿੰਨਾ ਕੁ ਚਿਰ ਭੱਜੇਗਾ, ਇਹਨੇ ਖਤਮ ਹੋ ਜਾਣਾ ਹੈ। ਇਹ ਗਿਣੇ ਮਿਣੇ ਦਿਨ ਨੇ, ਇਹਨਾਂ ਨੂੰ ਸਵਾਰ ਲੈ, ਇਹਨਾਂ ਨੂੰ ਸਾਂਭ ਲੈ। ਫਰੀਦਾ ਕੋਠੇ ਧੁੱਕਣ ਕੇਤੜਾ, ਫਿਰ ਨਿੰਦੜੀ ਨਾ ਵਾਰ, ਕਹਿੰਦੇ ਜੋ ਦੇਹ ਲੱਦੇ ਗਾਣਵੇਂ, ਗਏ ਵਿਲਾੜ ਵਿਲਾੜ ਗਾਣਵੇਂ ਮਿਣੇ ਹੋਏ। ਇਹ ਜਿਹੜੇ ਮਿਣੇ ਗਿਣੇ ਦਿਨ ਮਿਲੇ ਨੇ ਭਾਈ, ਇਹਨਾਂ ਦੀ ਸਾਂਭ ਕਰ ਲੈ, ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਈ। ਔਰ ਸਤਿਗੁਰੂ ਜੀ ਕਹਿੰਦੇ ਨੇ ਇਹ ਜੀਵਨ ਦੇ ਦਿਨ ਕਿੰਨੇ ਕੁ ਨੇ, ਕਿਸ ਤਰ੍ਹਾਂ ਦੇ ਨੇ। ਇੱਕ ਉਦਾਹਰਣ ਗੁਰੂ ਸਾਹਿਬ ਨੇ ਦਿੱਤੀ ਕਿ ਦੇਖੋ ਜਿਵੇਂ ਬੰਦਾ ਕੱਪੜੇ ਨਵੇਂ ਸਵਾਉਂਦਾ ਹੈ, ਨਵੇਂ ਸਵਾ ਤੇ ਲਏ, ਪਰ ਨਵੇਂ ਕੱਪੜੇ ਕਿੰਨੇ ਕੁ ਦੇ ਨਵੇਂ ਰਹਿਣੇ ਨੇ ਜੀ। ਉਹ 2 ਵਾਰੀ ਨਹੀਂ, 4 ਵਾਰੀ ਨਹੀਂ, 8-10 ਵਾਰੀ ਪਾਵਾਂਗੇ, ਮਹੀਨਾ 2 ਮਹੀਨੇ ਨਹੀਂ, 6 ਮਹੀਨੇ ਕੱਢ ਜਾਣਗੇ, ਪਰ ਉਹ ਕੱਪੜੇ ਇੱਕ ਦਿਨ ਲੀਰੋ ਲੀਰ ਹੋ ਜਾਣੇ ਨੇ, ਪਲਟ ਜਾਣੇ ਨੇ। ਔਰ ਇਹ ਜਿਹੜਾ ਮਨੁੱਖਾ ਦੇਹ ਮਿਲੀ ਹੈ ਬਿਲਕੁਲ ਉਸ ਕੱਪੜੇ ਦੀ ਤਰ੍ਹਾਂ ਹੈ। ਸਤਿਗੁਰੂ ਦੇ ਪਾਵਨ ਬਚਨ ਨੇ, ਕਹਿੰਦੇ ਜੈਸੇ ਬਸਤਰ ਦੇਹ ਉਡਾਨੇ, ਦਿਨ ਦੋਏ 4 ਪੂਰਾ, ਕਿ 2-4 ਦਿਨ ਕੱਢ ਜਾਣਗੇ। ਕਹਿੰਦੇ ਇਸੇ ਤਰ੍ਹਾਂ ਉਦਾਹਰਣ ਦਿੰਦੇ ਨੇ, ਭੀਤ ਉੱਪਰ ਕੇਤਕ ਧਾਈਐ ਭੀਤ ਕੰਧ। ਇੱਕ ਕੰਧ ਬਣੀ ਹੋਏ, ਦੀਵਾਰ ਬਣੀ ਹੋਏ, ਕੋਈ ਉਹਦੇ ਉੱਤੇ ਭੱਜਣਾ ਸ਼ੁਰੂ ਕਰ ਦੇ ਤੇ ਕਿੱਥੋਂ ਕੁ ਤੱਕ ਭੱਜੇਗਾ ਜੀ। ਕੰਧ ਨੇ ਖਤਮ ਹੋ ਜਾਣਾ। ਜੀਵਨ ਦੀ ਬਾਜੀ ਬਿਲਕੁਲ ਉਸ ਕੰਧ ਦੀ ਤਰ੍ਹਾਂ ਹੈ। ਵੀ ਇਹਨਾਂ ਪਦਾਰਥਾਂ ਦੇ ਪਿੱਛੇ ਜੇ ਭੱਜੇਗਾ ਤੇ ਕਦੋਂ ਤੱਕ ਭੱਜੇਗਾ, ਇਹ ਅੱਗੋਂ ਕੰਧ ਖਤਮ ਹੋ ਜਾਣੀ ਹੈ, ਅੱਗੇ ਮੌਤ ਦਾ ਬੰਨ ਲੱਗ ਜਾਣਾ ਹੈ। ਕਿ ਸਤਿਗੁਰੂ ਜੀ ਕਹਿੰਦੇ ਨੇ ਭੀਤ ਉੱਪਰ ਕੇਤਕ ਧਾਈਐ, ਅੰਤ ਔਰ ਕੋ ਆਹ, ਅੱਗੇ ਅੰਤ ਆ ਜਾਣਾ ਹੈ। ਇਹ ਤੇ ਗੁਰੂ ਸਾਹਿਬ ਨੇ ਸਮਝਾਇਆ, ਬਹਿਤੇ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਇੱਧਰ ਕਦੇ ਧਿਆਨ ਹੀ ਨਹੀਂ ਕੀਤਾ। ਹਰ ਰੋਜ਼ ਜਦੋਂ ਸੂਰਜ ਚੜ੍ਹਦਾ ਹੈ, ਸੂਰਜ ਚੜ੍ਹਨ ਤੋਂ ਪਹਿਲਾਂ ਬੰਦੇ ਜਿਹੜੇ ਸੰਸਾਰਿਕ ਤੌਰ ਤੇ ਵੀ ਸੂਝਵਾਨ ਨੇ, ਉਹ ਸਾਰੇ ਦਿਨ ਦੀ ਜਿਹੜੀ ਉਹ ਸੂਚੀ ਬਣਾ ਲੈਂਦੇ ਨੇ ਕਿ ਪਹਿਲੋਂ ਇਸ ਥਾਂ ਤੇ ਜਾਣਾ ਹੈ, ਇਹ ਕੰਮ ਕਰਨਾ ਹੈ, ਪਹਿਲੋਂ ਇਸ ਕੰਮ ਨੂੰ ਪੂਰਾ ਕਰਨਾ ਹੈ, ਸ਼ਾਮ ਤੱਕ ਇਹ ਸਾਰੇ ਕੰਮ ਕਰਨੇ ਨੇ। ਬੰਦਾ ਸੂਰਜ ਚੜ੍ਹਦਾ ਸੂਚੀ ਬਣਾਉਂਦਾ ਹੈ, ਪਰ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਪਏ ਜਿਹੜਾ ਸੂਰਜ ਚੜ੍ਹਿਆ ਹੈ ਨਾ, ਅਸਲ ਵਿੱਚ ਤੇਰੇ ਲਈ ਘਾਟੇ ਦਾ ਸੌਦਾ ਹੈ। ਇਹ ਇੱਕ ਸੂਰਜ ਅੱਜ ਚੜ੍ਹਿਆ ਨਹੀਂ, ਇੱਕ ਦਿਨ ਤੇਰਾ ਤੇ ਇੱਕ ਰਾਤ ਤੇਰੀ ਜੀਵਨ ਵਿੱਚੋਂ ਖਤਮ ਹੋ ਗਈ ਹੈ। ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਕਹਿੰਦੇ ਸੂਰਜ ਚੜ੍ਹੈ ਵਿਜੋਗ, ਇਹ ਵਿਛੋੜੇ ਦੀ ਨਿਸ਼ਾਨੀ ਹੈ। ਸੂਰਜ ਚੜ੍ਹੈ ਵਿਜੋਗ, ਸਭ ਸੈ ਘਟੈ ਆਰਜਾ। ਹਰ ਰੋਜ਼ ਜਦੋਂ ਸੂਰਜ ਚੜ੍ਹਦਾ ਸਾਰਿਆਂ ਦੀ ਉਮਰ ਘਟਦੀ ਹੈ ਭਾਈ, ਇੱਕ ਇੱਕ ਸਵਾਸ ਕਰਕੇ ਘਟ ਰਹੀ ਹੈ। ਬਹਿਤੀ ਜਾਤ, ਪਰ ਕਹਿੰਦੇ ਕਦੇ ਦ੍ਰਿਸ਼ਟ ਨਾ ਧਾਰਤ, ਨਿਗਾਹ ਮਾਰੀ ਨਹੀਂ ਕਿ ਇਹ ਜੀਵਨ ਮਿਲਿਆ ਕਿਹਦੇ ਲਈ ਸੀ, ਆਇਆ ਕਿਹਦੇ ਲਈ ਸੀ। ਗੁਰੂ ਸਾਹਿਬ ਨੇ ਬੇਅੰਤ ਬਚਨ ਕਹੇ ਨੇ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ, ਕਿਤ ਕੁ ਫਕੜੇ, ਸਭ ਮੁੱਕਦੇ ਚੱਲੀ ਰਾਤ। ਇਹ ਜੀਵਨ ਰੂਪੀ ਰਾਤ ਮੁੱਕਦੀ ਜਾ ਰਹੀ ਹੈ। ਜਿਹੜਾ ਲਾਹਾ ਖੱਟਣਾ ਸੀ ਉਸ ਪਾਸੇ ਕਦਮ ਪੱਟੇ ਹੀ ਨਹੀਂ। ਔਰ ਸਤਿਗੁਰੂ ਜੀ ਕਹਿੰਦੇ ਨੇ ਸੂਰਜ ਚੜ੍ਹੈ ਵਿਜੋਗ, ਸਭ ਸੈ ਘਟੈ ਆਰਜਾ। ਕਹਿੰਦੇ ਤਨ ਮਨ ਰਤਾ ਭੋਗ, ਕੋਈ ਹਾਰੈ ਕੋ ਜਿਣੈ। ਇਹ ਤਨ ਮਨ ਜਿਹੜਾ ਹੈ ਭੋਗਾਂ ਦੇ ਵਿੱਚ ਰੰਗਿਆ ਗਿਆ। ਹਰ ਤਰ੍ਹਾਂ ਦੇ ਭੋਗ ਭੋਗੇ, 36 ਤਰ੍ਹਾਂ ਦੇ ਪਦਾਰਥ ਖਾਧੇ। ਇਸ ਜੀਵਨ ਨੂੰ ਕਹਿੰਦੇ ਨੇ ਕੋਈ ਜਿੱਤ ਕੇ ਚਲਾ ਗਿਆ, ਕੋਈ ਹਾਰ ਕੇ ਚਲਾ ਗਿਆ। ਕੋਈ ਹਾਰੈ ਕੋ ਜਿਣੈ।
ਪਰ ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ ਵੀ ਜੀਵਨ ਮਿਲਿਆ ਹੈ ਤੇ ਇਸ ਬਾਜੀ ਨੂੰ ਜਿੱਤ ਕੇ ਜਾਈ। ਪਰ ਮਨੁੱਖ ਹੈ ਕਿ ਇਹ ਜੀਵਨ ਮਿਲਿਆ ਤੇ ਹੈ ਕਿੰਨਾ ਕੁ। ਗੁਰੂ ਸਾਹਿਬ ਜੀ ਨੇ ਪਾਵਨ ਬਚਨ ਕਹੇ ਨੇ, ਹੈ ਤੇ ਇੱਕ ਫੂਕ ਹੀ। ਰੱਬ ਨੇ ਇਸ ਪੰਜ ਤੱਤ ਦੇ ਇਸ ਪੁਤਲੇ ਵਿੱਚ ਇੱਕ ਫੂਕ ਹੀ ਭਰੀ ਹੈ ਨਾ ਜੀ। ਬਸ ਜਿੱਦਣ ਇਹ ਫੂਕ ਨਿਕਲ ਗਈ ਉਦਣ ਇਹ ਪੰਜ ਤੱਤ ਕਿਸੇ ਨੇ ਕਹਿਣਾ, ਉਦਣ ਕਹਿਣਾ ਬਸ ਇਹ ਮਿੱਟੀ ਹੋ ਗਿਆ। ਤੱਤਾਂ ਨੇ ਤੱਤਾਂ ਵਿੱਚ ਸਮਾ ਜਾਣਾ ਹੈ। ਗੁਰੂ ਤੇ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਕਹਿੰਦੇ ਸਭ ਕੋ ਭਰੀਐ ਫੂਕ, ਆਖਣ ਕਹਿਣ ਨਾ ਥੰਮੀਐ। ਇਹ ਜਿਹੜੀ ਸਵਾਸਾਂ ਦੀ ਨਦੀ ਵਹਿੰਦੀ ਜਾਂਦੀ ਹੈ ਨਾ, ਇਹ ਸਵਾਸ ਕੀ ਫੂਕ ਹੀ ਭਰੀ ਹੋਈ ਹੈ ਨਾ। ਕਹਿੰਦੇ ਆਖਣ ਕਹਿਣ ਨਾ ਥੰਮੀਐ, ਕਿਸੇ ਦੇ ਆਖਣ ਨਾਲ ਕਿਸੇ ਦੇ ਕਹਿਣ ਨਾਲ ਇਹਨਾਂ ਸਵਾਸਾਂ ਨੇ ਰੁਕ ਨਹੀਂ ਜਾਣਾ। ਇਹ ਨਦੀ ਚੱਲਦੀ ਜਾਣੀ ਹੈ। ਜੇ ਕੋਈ ਕਹੇ ਕਿ ਮੈਂ ਸਵਾਸ ਰੋਕ ਲਵਾਂ ਤੇ ਸ਼ਾਇਦ ਬਚਿਆ ਰਵਾਂ, ਇਹ ਸਵਾਸ ਜਿੱਦਾਂ ਰੱਬ ਨੇ ਰੋਕ ਲੈਣ ਨਦੀ ਉਦਣ ਹੜ ਆ ਜਾਣਾ ਹੈ। ਇਹ ਸਵਾਸਾਂ ਦੀ ਨਦੀ ਵਗਦੀ ਜਾਂਦੀ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿਸੇ ਦੇ ਕਹਿਣ ਨਾਲ ਕਿਸੇ ਦੇ ਆਖਣ ਦੇ ਨਾਲ ਇਹ ਸਵਾਸ ਰੁਕਣੇ ਨਹੀਂ। ਸਭ ਕੋ ਭਰੀਐ ਫੂਕ, ਆਖਣ ਕਹਿਣ ਨਾ ਥੰਮੀਐ। ਨਾਨਕ ਵੇਖਣ ਆਪ, ਫੂਕ ਕਢਾਏ ਟਹਿ ਪਵੈ। ਜਿੱਦਣ ਉਹਨੇ ਫੂਕ ਕੱਢ ਦਿੱਤੀ ਉਦਣ ਤੇ ਆਪੇ ਟਹਿ ਜਾਣਾ, ਉਦਣ ਤੇ ਹੜ ਆ ਹੀ ਜਾਣਾ ਹੈ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਹ ਜਿਹੜੀ ਸਵਾਸਾਂ ਦੀ ਨਦੀ ਹੈ ਇਹ ਵਗਦੀ ਜਾਂਦੀ ਹੈ। ਅੱਗੇ ਮੌਤ ਵਾਲਾ ਦਿਨ ਜਿਹੜਾ ਹੈ ਉਹ ਨੇੜੇ ਆਉਂਦਾ ਜਾਂਦਾ ਹੈ। ਭਾਈ ਮੌਤ ਤੈਨੂੰ ਨਹੀਂ ਆਉਣੀ, ਮੌਤ ਕਦੇ ਨਹੀਂ ਆਉਂਦੀ। ਮੌਤ ਜਿੱਥੇ ਹੈ ਉੱਥੇ ਹੀ ਹੈ। ਮੌਤ ਦੇ ਮੂੰਹ ਦੇ ਵਿੱਚ ਤੇ ਹਰ ਇੱਕ ਪ੍ਰਾਣੀ, ਇਕੱਲਾ ਮਨੁੱਖ ਨਹੀਂ, ਹਰ ਇੱਕ ਪ੍ਰਾਣੀ, ਹਰ ਇੱਕ ਜੀਵ ਮੌਤ ਦੇ ਮੂੰਹ ਵਿੱਚ ਤੇ ਆਪ ਜਾ ਰਿਹਾ ਹੈ। ਇੱਕ ਇੱਕ ਦਿਨ ਕਰਕੇ, ਇੱਕ ਇੱਕ ਰਾਤ ਕਰਕੇ, ਇੱਕ ਇੱਕ ਸਵਾਸ ਕਰਕੇ ਮੌਤ ਵਾਲੇ ਪਾਸੇ ਤੇ ਜਾਂਦਾ ਹੈ। ਪਰ ਇਹ ਜਿਹੜੀ ਮੌਤ ਹੈ ਨਾ, ਦੇਖੋ ਕਿਸੇ ਦਾ ਦੁੱਖ ਹੋਵੇ ਤੇ ਉਹ ਦੁੱਖ ਕਈ ਵਾਰੀ ਲੱਗਦਾ ਕਿ ਘੱਟ ਹੈ। ਦੂਜੇ ਦੀ ਮੌਤ, ਬੜੇ ਅਸੀਂ ਐਕਸੀਡੈਂਟ ਸੁਣਨੇ ਹਾਂ, ਬੜਿਆਂ ਦੀ ਮੌਤ ਤੇ ਜਾਣੇ ਵੀ ਹਾਂ, ਪਰ ਦੂਜੇ ਦੀ ਮੌਤ ਤੇ ਅੱਖਾਂ ਦੇ ਵਿੱਚੋਂ ਅਥਰੂ ਆਉਣ ਇਹ ਬਹੁਤ ਘੱਟ ਹੁੰਦਾ ਹੈ। ਅੱਖਾਂ 'ਚੋਂ ਪਾਣੀ ਵਗਦਾ ਹੀ ਉਦੋਂ ਜਿੱਦਣ ਕਿਤੇ ਆਪਣੇ ਖਾਸ ਦੀ ਮੌਤ, ਔਰ ਖਾਸ ਕਰਕੇ ਜੇ ਅੱਖਾਂ ਦੇ ਸਾਹਮਣੇ ਕਿਤੇ ਹੋਈ ਹੋਵੇ। ਦੇਖੋ ਉਦੋਂ ਜਿੱਡਾ ਮਰਜ਼ੀ ਬੇਸ਼ੱਕ ਉਹ ਨਾਸਤਿਕ ਬੰਦਾ ਹੋਵੇ, ਜਿਹੜਾ ਕਦੇ ਕਹਿੰਦਾ ਹੋਵੇ ਕਿ ਕਿੱਥੇ ਰੱਬ ਹੈ, ਉਸ ਮੌਤ ਦੇ ਵੇਲੇ ਵੇਖ ਕੇ, ਨੇੜੇ ਦੀ ਨਜ਼ਦੀਕ ਦੇ ਰਿਸ਼ਤੇਦਾਰ ਦੀ ਮੌਤ ਨੂੰ ਵੇਖ ਕੇ ਉਦੋਂ ਸਭ ਕੁਝ ਉਹ ਵੀ ਭੁੱਲ ਜਾਂਦਾ ਹੈ। ਔਰ ਜਦੋਂ ਰੱਬ ਚੇਤੇ ਆਉਂਦਾ, ਹਕੀਕਤ ਹੈ, ਉਦੋਂ ਬੰਦਾ ਬਾਕੀ ਸਭ ਕੁਝ ਭੁੱਲਦਾ ਹੈ। ਉਦੋਂ ਰੱਬ ਚੇਤੇ ਆਉਂਦਾ ਜ਼ਰੂਰ ਹੈ। ਔਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਇਸ ਕਰਕੇ ਇਸ ਮੌਤ ਨੂੰ ਕਹਿੰਦੇ ਤੂੰ ਚੇਤੇ ਰੱਖ। ਜੇ ਦੂਜੇ ਨੂੰ ਆਈ ਹੈ, ਇਹ ਆਉਣੀ ਤੈਨੂੰ ਵੀ ਹੈ। ਇਹ ਸੱਦੇ ਨਿੱਤ ਪੈ ਰਹੇ ਨੇ ਭਾਈ, ਤੈਨੂੰ ਵੀ ਪੈ ਰਹੇ ਨੇ, ਸਾਡੇ ਕੋਲ ਵੀ ਆ ਰਹੇ ਨੇ। ਹੁਣ ਉੱਥੇ ਗੁਰੂ ਸਾਹਿਬ ਨੇ ਜਿਹੜੀ ਉਦਾਹਰਨ ਦਿੱਤੀ, ਬਾਬਾ ਕਬੀਰ ਜੀ ਕਹਿੰਦੇ ਨੇ ਕਿ ਦੇਖੋ ਮਰਨਾ ਤੇ ਸਭ ਨੇ ਹੈ। ਇਹ ਤਾਂ ਨਹੀਂ ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਮੌਤ ਨਹੀਂ ਆਉਣੀ, ਸਰੀਰਕ ਮੌਤ ਤੇ ਆਉਣੀ। ਪਰ ਇੱਕ ਗੱਲ ਕਹਿੰਦੇ ਨੇ ਚੇਤੇ ਰੱਖੀ ਕਬੀਰ, ਕਿਆ ਜਾਣਾ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋਂ ਨਾ ਵਿਸਰੈ, ਤਾਂ ਸਹਿਲਾ ਮਰਨਾ ਹੋਏ, ਤੇਰਾ ਮਰਨਾ ਸੌਖਾ ਹੋ ਜਾਏਗਾ। ਇਹ ਜਿਹੜੀ ਸਵਾਸਾਂ ਦੀ ਪੂੰਜੀ ਹੈ, ਸਵਾਸਾਂ ਦੀ ਨਦੀ ਹੈ, ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇਹ ਵਗਦੀ ਜਾ ਰਹੀ ਹੈ। ਤੇ ਦੇਖੋ ਜਿਹੜੀ ਬੇਨਤੀ ਕਰਨ ਲੱਗਾ ਸੀ, ਕਈ ਵਾਰੀ ਦੂਸਰੇ ਦਾ ਦੁੱਖ ਲੱਗਦਾ ਹੈ ਕਿ ਇਹ ਐਡਾ ਦੁੱਖ ਨਹੀਂ। ਆਪਾਂ ਆਮ ਕਹਿੰਦੇ ਹਾਂ ਕਿ ਦੇਖੋ ਮੌਤ ਹੋ ਜੇ ਰੋਣਾ ਨਹੀਂ ਚਾਹੀਦਾ, ਭਾਵੇਂ ਧੰਨ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਵੀ ਨੇ। ਇਹ ਬਚਨ ਬਾਬਾ ਸੁੰਦਰ ਜੀ ਨੇ ਲਿਖੇ ਨੇ ਕਿ ਧੰਨ ਗੁਰੂ ਅਮਰਦਾਸ ਜੀ ਹੁਕਮ ਕਰਕੇ ਗਏ ਸੀ, ਮਤ ਮੈਂ ਪਿੱਛੇ ਕੋਈ ਰੋਵ ਸੀ। ਹੁਣ ਦੇਖੋ ਕਿਸੇ ਭੈਣ ਦਾ ਭਰਾ ਮਰ ਜੇ, ਭੈਣ ਨਾ ਰੋਵੇ, ਐਸਾ ਕਦੇ ਹੋਇਆ ਨਹੀਂ। ਭਾਵੇਂ ਕਿੰਨਾ ਨਿਤਨੇਮ ਕਰਨ ਵਾਲਾ ਕੋਈ ਹੋਵੇ, ਕਿੰਨਾ ਗੁਰੂ ਦਾ ਸਿੱਖ ਹੋਵੇ, ਅੱਖਾਂ 'ਚੋਂ ਪਾਣੀ ਆ ਜਾਣਾ, ਉਹ ਰੋ ਲੈਣਾ ਕੁਝ ਹੋਰ ਹੈ। ਪਰ ਜਿਹੜੇ ਭਾਣੇ ਦੀ ਗੱਲ ਆਉਂਦੀ ਕਿ ਭਾਣੇ ਦੇ ਵਿੱਚ ਰਹਿਣਾ ਗੁਰੂ ਕੇ ਸਿੱਖ ਨੇ, ਭਾਣੇ ਦਾ ਅਰਥ ਇਹ ਨਹੀਂ ਕਿ ਤੂੰ ਅੱਖਾਂ ਦੇ ਵਿੱਚੋਂ ਪਾਣੀ ਨਹੀਂ ਵਗਾਉਣਾ।
ਭਾਣੇ ਦਾ ਅਰਥ ਹੈ ਕਿ ਜੇ ਮੌਤ ਹੋ ਗਈ ਤੇ ਰੱਬ ਨੂੰ, ਗੁਰੂ ਨੂੰ ਉਲਾਂਭੇ ਨਹੀਂ ਦੇਣੇ ਕਿ ਰੱਬਾ ਇਹ ਮੇਰੇ ਨਾਲ ਕੀ ਕੀਤਾ। ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਪਾਵਨ ਬਚਨ ਕਹੇ ਨੇ ਵੀ ਰੋਣ ਤੋਂ ਜਦੋਂ ਕਿਸੇ ਦੀ ਮੌਤ ਹੋ ਜੇ ਨਾ, ਨੇੜੇ ਵਾਲੇ ਦੀ, ਕੋਈ ਵੱਡੀਆਂ ਗਿਣਤੀਆਂ ਕਰਕੇ ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ਆਮ ਤੇ ਕਹਿੰਦੇ ਵਿਚਾਰੇ ਹਾਂ। ਸਤਿਗੁਰੂ ਜੀ ਕਹਿੰਦੇ ਨੇ ਇਹ ਜਦੋਂ ਦੁੱਖ ਆਉਂਦਾ ਨਾ, ਮੌਤ ਵਾਲਾ, ਵਿਛੋੜੇ ਵਾਲਾ, ਫਿਰ ਵੱਡੇ ਚਾਹੇ ਕੋਈ ਪੀਰ ਹੈ, ਪੈਗੰਬਰ ਹੈ, ਕੋਈ ਵੱਡਾ ਰਾਜਾ ਹੈ, ਰਾਣਾ ਹੈ, ਉਹ ਕੋਈ ਚਾਹੇ ਛੋਟਾ ਕੰਗਾਲ ਹੈ, ਰੋਇਆ ਹਰ ਕੋਈ ਹੈ। ਗੁਰੂ ਸਤਿਗੁਰੂ ਦੇ ਪਾਵਨ ਬਚਨ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਸਹੰਸਰ ਦਾਨ ਦੇ ਇੰਦਰ ਰੁਵਾਇਆ। ਇੰਦਰ ਵਰਗੇ ਦੇਵਤੇ ਨੂੰ ਕਹਿੰਦੇ ਰੋਣਾ ਪੈ ਗਿਆ। ਸਹੰਸਰ ਦਾਨ ਦੇ ਇੰਦਰ ਰੁਵਾਇਆ, ਪਰਸਰਾਮ ਰੋਵੈ ਘਰੇ ਆਇਆ। ਕਿ ਪਰਸਰਾਮ ਨੂੰ ਜਿਹਨੂੰ ਮਾਣ ਬੜਾ ਸੀ, ਮੇਰੇ ਕੋਲ ਤਾਕਤਾਂ ਬੜੀਆਂ, ਕਹਿੰਦੇ ਜਦੋਂ ਇਹਦਾ ਪਿਓ ਮਾਰਿਆ ਗਿਆ ਤਾਕਤਾਂ ਵੀ ਕੰਮ ਨਹੀਂ ਕੀਤੀਆਂ, ਜਿਉਂਦਾ ਕੋਈ ਨਹੀਂ ਹੋਇਆ, ਕਿਉਂਕਿ ਉਹ ਮਰਨ ਲਿਖਾਏ ਮੰਡਲ ਮੈਂ ਆਏ ਨਾ, ਉਹ ਪਟਾ ਪੂਰਾ ਹੋ ਗਿਆ। ਇਹ ਪਰਸਰਾਮ ਵਰਗਾ ਵੀ ਉਦੋਂ ਹੋਇਆ। ਔਰ ਸਤਿਗੁਰੂ ਜੀ ਕਹਿੰਦੇ ਨੇ ਅਜੇ ਸਰੂਵੈ ਭਿੱਖਿਆ ਖਾਏ। ਇਹ ਭਾਵੇਂ ਇਹਨਾਂ ਦਾ ਜਿਹੜਾ ਪ੍ਰਸੰਗ ਹੈ ਮਿਥਿਹਾਸਿਕ ਹੈ, ਲੰਬਾ ਹੈ ਕਿ ਅਜਾ ਬੜਾ ਵੱਡੇ ਦਾਨੀ ਹੋਇਆ, ਰਾਜਾ ਸੀ, ਪਰ ਦਾਨ ਕਰਦਿਆਂ ਹੰਕਾਰ ਵਿੱਚ ਆਇਆ ਕਿਸੇ ਫਕੀਰ ਨੂੰ ਦਾਨ ਜਦੋਂ ਉਹ ਆ ਕੇ ਮੰਗਦਾ ਹੈ ਕਿ ਰਾਜਾ ਤੂੰ ਦੇਣਾ ਬੜਾ ਹੈ, ਹੰਕਾਰ ਵਿੱਚ ਆ ਕੇ ਇਹਨੇ ਗੋਹੇ ਦੀ ਲੇਦੀ ਦੇ, ਜਿਹੜਾ ਘੋੜਾ ਹੈ ਘੋੜੇ ਦੀ ਲੇਦੀ ਦੇ ਦਿੱਤੀ ਸੀ ਕਿ ਤੁਸੀਂ ਰੋਜ਼ ਹੀ ਤੰਗ ਕੀਤਾ ਹੈ। ਔਰ ਉਹ ਜਿਹੜੀ ਭਿੱਖਿਆ ਦਿੱਤੀ, ਲਿੱਦ ਦਿੱਤੀ, ਕਹਿੰਦੇ ਇਹਨੂੰ 10 ਗੁਣਾ ਕਰਕੇ ਉਹ ਖਾਣੀ ਪਈ। ਉਹ ਅਜੇ ਰਾਜੇ ਵਰਗਾ ਵੀ ਰੋਇਆ। ਉੱਥੇ ਕਹਿੰਦੇ ਨੇ ਅਜੇ ਸਰੂਵੈ ਭਿੱਖਿਆ ਖਾਏ, ਐਸੇ ਦਰਗਾਹ ਮਿਲੇ ਸਜਾਏ। ਉੱਥੇ ਗੁਰੂ ਸਾਹਿਬ ਨੇ ਪਾਵਨ ਜਿਹੜੇ ਬਚਨ ਕਹੇ, ਕਹਿੰਦੇ ਨੇ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਿਆ। ਰਾਮ ਵਰਗੇ ਵੀ ਰੋਏ, ਸੀਤਾ ਤੇ ਲਛਮਣ ਵਰਗੇ ਵੀ ਰੋਏ। ਕਹਿੰਦੇ ਰੋਵੇ ਦਹ ਦਿਸ ਲੰਕ ਗਵਾਏ, ਜਿਨ ਸੀਤਾ ਆਂਦੇ ਡੋਰੂ ਵਾਏ। ਰੋਵੇ ਦਹ ਦਿਸ, 10 ਸਿਰਾਂ ਵਾਲਾ ਭਾਵੇਂ ਉਹ ਪੁਤਲਾ ਸਾੜਿਆ ਜਾਂਦਾ, ਅਸਲ ਵਿੱਚ ਹੈ ਤੇ ਉਹ ਬੰਦਾ ਹੀ ਸੀ ਨਾ। ਔਰ ਬੰਦੇ ਦੇ 10 ਸਿਰ ਹੁੰਦੇ ਨਹੀਂ, 10 ਸਿਰਾਂ ਦੇ ਨਾਲ ਤੁਲਨਾ ਦਿੱਤੀ ਜਾਂਦੀ ਇਸ ਕਰਕੇ ਕਿ ਵਿਦਵਾਨ ਬੜਾ ਵੱਡਾ ਸੀ। 10 ਬੰਦਿਆਂ ਤੋਂ ਵੱਧ ਵੀ ਕਿਤੇ ਉਹਦੇ ਅੰਦਰ ਦਿਮਾਗ ਸੀ ਕਿ 4 ਵੇਦ ਜਿਹਨੂੰ ਜ਼ੁਬਾਨੀ ਯਾਦ ਹੋਣ, ਪਰ ਜਦੋਂ ਮੱਤ ਮਾਰੀ ਜੇ ਫਿਰ ਮੱਤ ਮਾਰੀ ਜਾਂਦੀ। ਐਡੇ ਵੱਡੇ ਵਿਦਵਾਨ ਵੀ ਰੋਏ। ਔਰ ਗੁਰੂ ਸਾਹਿਬ ਜੀ ਨੇ ਹਰਨਾਕਸ਼ ਦੀ ਦੇਖੋ ਉਦਾਹਰਨ ਦਿੱਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਜਿਹਨੇ ਤਪੱਸਿਆ ਵੀ ਕੀਤੀ, ਬੰਦਗੀ ਵੀ ਕੀਤੀ, ਰਾਜ ਵੀ ਲਿਆ, ਔਰ ਵਰ ਵੀ ਇੰਨੇ ਮੰਗੇ ਕਿ ਨਾ ਦਿਨੇ ਮਰਾ ਨਾ ਰਾਤ ਨੂੰ ਮਰਾ, ਨਾ ਧਰਤੀ ਤੇ ਮਰਾ ਨਾ ਅਸਮਾਨ ਵਿੱਚ ਮਰਾ, ਨਾ ਅੱਗ ਸਾੜੇ ਨਾ ਪਾਣੀ ਵਿੱਚ ਮਰਾ। ਹੁਣ ਇਹ ਕਹਿੰਦੇ ਨੇ ਵਰ ਤੇ ਉਹਨੇ ਕਈ ਲੈ ਲਏ, 8 ਵਰ ਲਏ, ਪਰ ਮਰਿਆ ਤੇ ਉਹ ਵੀ ਨਾ। ਇੱਥੇ ਗੁਰੂ ਸਾਹਿਬ ਨੇ ਅਖੀਰ ਤੇ ਗੱਲ ਨਿਬੇੜੀ ਪਈ, ਇਹ ਜਿਹੜੀ ਮੌਤ ਆ ਜਾਵੇ ਤੇ ਮੌਤ ਤੋਂ ਬਾਅਦ ਜਿਹੜਾ ਰੋਣਾ ਹੈ ਉਹ ਕੁਝ ਹੋਰ ਹੈ, ਪਰ ਜਿਹੜੇ ਰੱਬ ਨੂੰ ਉਲਾਂਭੇ ਦੇਣੇ ਨੇ ਉਹ ਹੋਰ ਨੇ। ਇਸ ਮੌਤ ਨੂੰ ਗੁਰੂ ਸਾਹਿਬ ਨੇ ਚੇਤੇ ਕਰ ਕਹਿੰਦੇ ਨੇ ਇਹ ਮੌਤ ਰੂਪੀ ਨਦੀ ਜਿਹੜੀ ਹੈ ਸਵਾਸਾਂ ਦੀ, ਇਹ ਵਗਦੀ ਜਾ ਰਹੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਜਿਹੜੀ ਅਖੀਰ ਤੇ ਗੱਲ ਉੱਥੇ ਮੁਕਾਈ, ਕਹਿੰਦੇ ਬਾਲੀ ਰੋਵੈ ਨਾ ਪਤਾਰ। ਬਾਲੀ ਕੀ ਬੱਚੀ, ਜਦੋਂ ਬੱਚੇ ਦਾ ਘਰ ਵਾਲਾ ਮਰ ਜੇ, ਪਤੀ ਮਰ ਜੇ, ਉਹ ਬੱਚੀ ਰੋਂਦੀ ਹੈ, ਟਾਹਾਂ ਮਾਰਦੀ ਹੈ। ਤੇ ਕਹਿੰਦੇ ਇਕੱਲੀ ਬੱਚੇ ਦੀ ਨਹੀਂ ਗੱਲ, ਨਾਨਕ ਦੁਖੀਆ ਸਭ ਸੰਸਾਰ। ਤੇ ਸਤਿਗੁਰੂ ਜੀ ਫਿਰ ਅਖੀਰ ਤੇ ਕਿਰਪਾ ਕਰਦੇ ਨੇ ਫਿਰ ਕਿਵੇਂ ਇਸ ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਈਏ, ਕਿਉਂਕਿ ਸਵਾਸਾਂ ਦੀ ਨਦੀ ਵਗਦੀ ਜਾ ਰਹੀ ਹੈ, ਸਵਾਸ ਖਤਮ ਹੁੰਦੇ ਜਾਂਦੇ ਨੇ। ਅਖੀਰ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਤੇ ਪਾਵਨ ਬਚਨ ਕਹੇ, ਕਹਿੰਦੇ ਨਾ ਮੰਨੇ ਨਾਉ ਸੋਈ ਜਿਣ ਜਾਏ। ਜਿਣ ਦਾ ਅਰਥ ਜਿੱਤਣਾ, ਬਸ ਜਿਨਨੇ ਪ੍ਰਮਾਤਮਾ ਦੇ ਨਾਮ ਨੂੰ ਮੰਨ ਲਿਆ ਉਹ ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਂਦੇ ਨੇ। ਕਿ ਮੰਨੇ ਨਾਉ ਸੋਈ ਜਿਣ ਜਾਏ, ਔਰੇ ਕਰਮ ਨਾ ਲੇਖੇ ਪਾਏ। ਹੋਰ ਕਿਸੇ ਤਰ੍ਹਾਂ ਦੇ ਕੀਤੇ ਹੋਏ ਕਰਮ ਕਿਸੇ ਲੇਖੇ ਵਿੱਚ ਨਹੀਂ ਪੈਣੇ। ਇਹ ਸਤਿਗੁਰੂ ਜੀ ਨੇ ਅੱਜ ਕਿਰਪਾ ਕਰਕੇ ਸਮਝਾਇਆ ਕਿ ਇਹ ਸਵਾਸਾਂ ਦੀ ਨਦੀ
ਇਹ ਲਗਾਤਾਰ ਬਹਿੰਦੀ ਜਾਂਦੀ ਹੈ। ਔਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਾਨੂੰ ਸੁਚੇਤ ਵੀ ਕੀਤਾ, ਸਮਝਾਇਆ ਵੀ ਹੈ। ਅੱਜ ਗੁਰੂ ਸਾਹਿਬ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਵੀ ਕਹਿੰਦੇ ਨੇ, ਭਾਈ ਇਹ ਸਵਾਸ ਖਤਮ ਹੁੰਦੇ ਜਾਂਦੇ ਨੇ, ਉਹਨੂੰ ਦਿਨ ਰਾਤ ਭੱਜਿਆ ਕਰ, ਦਿਨ ਰਾਤ ਸਿਮਰਿਆ ਕਰ। ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਕਿ ਜਿਹ ਸਿਮਰਤ ਗਤ ਪਾਈਐ ਤੇ ਭਜ ਰੇ ਤੈ ਮੀਤ। ਹੈ ਮਿੱਤਰ, ਜਿਹਨੂੰ ਸਿਮਰ ਕੇ ਇਹ ਅੰਦਰ ਦੀ ਗਤੀ ਮਿਲਣੀ ਹੈ, ਅਵਸਥਾ ਅੰਦਰ ਦੀ ਉੱਚੀ ਹੋਣੀ, ਉਹਨੂੰ ਫਿਰ ਭਜਿਆ ਕਰ, ਉਹਨੂੰ ਸਿਮਰਿਆ ਕਰ। ਤੇ ਕਿਉਂ ਸਿਮਰਨਾ ਹੈ? ਕਹਿੰਦੇ ਕਹੋ ਨਾਨਕ ਸੁਨ ਰੇ ਮਨਾ ਔਦ ਘਟਤ ਹੈ ਨੀਤ। ਕਿਉਂਕਿ ਬਹਿਤੇ ਜਾਤ ਇਹ ਬਹਿੰਦੀ ਜਾਂਦੀ ਹੈ, ਇਹ ਔਦ ਉਮਰ ਦਿਨ ਰਾਤ ਘਟਦੀ ਜਾਂਦੀ ਹੈ। ਪੜ੍ਹ ਪਾਵੇਂ ਆਪਾਂ ਰੋਜ਼ ਲੈਂਦੇ ਹਾਂ ਕਿ ਔਦ ਘਟੈ ਦਿਨਸ ਰਹਿਣਾ ਰੇ, ਦਿਨ ਰਾਤ ਇਹ ਘਟਦੀ ਜਾਂਦੀ ਹੈ। ਇਹ ਸਤਿਗੁਰੂ ਜੀ ਕਹਿੰਦੇ ਨੇ ਇਹ ਮੌਤ, ਇਹ ਸਵਾਸਾਂ ਦੀ ਨਦੀ ਦਿਨ ਰਾਤ ਕਰਕੇ ਵਗ ਰਹੀ ਹੈ, ਪਰ ਤੂੰ ਉੱਧਰ ਕਦੇ ਨਿਗਾਹ ਹੀ ਨਹੀਂ ਮਾਰੀ। ਬਹਿਤੇ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਤੇ ਨਿਗਾਹ ਉੱਧਰ ਗਈ ਕਿਉਂ ਨਹੀਂ, ਧਿਆਨ ਗਿਆ ਕਿਉਂ ਨਹੀਂ? ਗੁਰੂ ਸਾਹਿਬ ਜੀ ਕਹਿੰਦੇ ਨੇ ਕਿਉਂਕਿ ਮਿੱਥਿਆ ਮੋਹ ਬੰਦੇ ਨਿਤ ਪਾਰਚ। ਇਹ ਜਿਹੜਾ ਝੂਠਾ ਮੋਹ ਹੈ, ਪਾਰਸ਼ ਦਾ ਅਖਰੀ ਅਰਥ ਵੈਸੇ ਕੱਪੜੇ ਹੁੰਦਾ ਹੈ, ਤੇ ਕੱਪੜੇ ਦਾ ਬਣਿਆ ਹੋਇਆ ਉਹ ਬੰਨ੍ਹ। ਕਹਿੰਦੇ ਇਹ ਮੋਹ ਦੇ ਇੰਨੇ ਬੰਧਨ ਤੂੰ ਬੰਨ੍ਹ ਲਏ, ਆਪਣੇ ਆਪ ਨੂੰ ਉਹਨਾਂ ਬੰਧਨਾਂ ਦੇ ਵਿੱਚ ਬਣਾ ਲਿਆ, ਤੇ ਇਹਨਾਂ ਬੰਧਨਾਂ ਤੋਂ ਤਾਂ ਮੁਕਤ ਹੋਣਾ ਸੀ। ਤੇ ਇਹਨਾਂ ਬੰਧਨਾਂ ਦੇ ਵਿੱਚ ਫਸ ਕੇ ਫਿਰ ਉਧਰ ਧਿਆਨ ਕਿਵੇਂ ਜਾਵੇ ਕਿ ਇਸ ਵਾਸਾਂ ਦੀ ਨਦੀ ਵਗਦੀ ਜਾਂਦੀ ਹੈ, ਇਹ ਦਿਨ ਦਿਨ ਘਟਦੇ ਜਾਂਦੇ ਨੇ। ਹੁਣ ਇਸੇ ਮੁਕਤ ਨੂੰ ਅਸਲ ਵਾਸਤੇ ਗੁਰੂ ਸਾਹਿਬ ਜੀ ਨੇ ਅਸਲ ਵਿੱਚ ਕਿਹਾ ਸੀ ਕਿ ਭਾਈ ਸਾਨੂੰ ਮੁਕਤੀ ਇਹ ਚਾਹੀਦੀ ਜਿਉਂਦਿਆਂ ਜੀ। ਜਿਹੜੀ ਮਰਨ ਤੋਂ ਬਾਅਦ ਬ੍ਰਾਹਮਣ ਨੇ ਕਿਹਾ ਸੀ ਨਾ ਮੁਕਤੀ ਮਿਲੇਗੀ ਮਰਨ ਤੋਂ ਬਾਅਦ, ਮੁਕਤੀ ਅਸੀਂ ਕਰਾਵਾਂਗੇ, ਪੈਸੇ ਸਾਨੂੰ ਦੇ ਦਿਓ, ਅਸੀਂ ਉਹਨੂੰ ਭੇਟਾ ਕਹਿ ਦਿਆਂਗੇ। ਤੁਸੀਂ ਸਾਨੂੰ ਸਭ ਕੁਝ ਦੇ ਦਿਓ, ਮੁਕਤੀ ਅਸੀਂ ਕਰਾ ਦੇਵਾਂਗੇ। ਨਹੀਂ, ਗੁਰੂ ਸਾਹਿਬ ਜੀ ਨੇ ਪਾਵਨ ਬਚਨ ਕਹੇ ਨੇ, ਭਗਤ ਜੀ ਕਹਿੰਦੇ ਨੇ ਜੇ ਮਰਨ ਤੋਂ ਬਾਅਦ ਮੁਕਤੀ ਮਿਲਦੀ ਹੈ ਤਾਂ ਉਹ ਕਿੰਨੇ ਵੇਖੀ ਹੈ, ਸਾਨੂੰ ਨਹੀਂ ਚਾਹੀਦੀ। ਕਿ ਮੂਏ ਹੋਏ ਜੋ ਮੁਕਤ ਦੇ ਹੋਣਗੇ, ਮੁਕਤ ਨਾ ਜਾਣੇ ਕੋਈ ਲਾ। ਮੁਕਤੀ ਤੇ ਚਾਹੀਦੇ ਸੀ ਇਹਨਾਂ ਬੰਧਨਾਂ ਤੋਂ ਮੁਕਤ ਹੋਣਾ, ਜਿਹੜੇ ਮੋਹ ਦੇ ਵਿੱਚ ਅਸੀਂ ਬੰਨੇ ਪਏ ਹਾਂ, ਜਿਹੜੇ ਭਰਮ ਦੇ ਵਿੱਚ ਅਸੀਂ ਬੰਨੇ ਪਏ ਹਾਂ। ਇਹ ਵਹਿਮਾਂ ਭਰਮਾਂ ਦੇ ਬੰਧਨ ਤੋਂ ਮੁਕਤ ਹੋਣਾ ਹੈ। ਔਰ ਇਸੇ ਨੂੰ ਗੁਰੂ ਸਾਹਿਬ ਜੀ ਜੀਵਨ ਮੁਕਤ ਕਹਿੰਦੇ ਨੇ। ਸਤਿਗੁਰੂ ਦੀ ਕਿਰਪਾ ਕਰਨ, ਇਹ ਪਹਿਲੀਆਂ ਪੰਕਤੀਆਂ ਰਹਾਉ ਦੀਆਂ ਪੰਕਤੀਆਂ ਦੇ ਅਰਥ ਆਪਾਂ ਕੀਤੇ ਨੇ। ਮਾਧਵੇ ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸ਼ਰਣੀ ਰਹਾਉ। ਕਰਤ ਵਿਕਾਰ ਦੋ ਕਰ ਝਾਰਤ। ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ, ਇਸ ਵਾਸਾਂ ਦੀ ਨਦੀ ਤੇ ਵਗਦੀ ਜਾਂਦੀ ਹੈ, ਧਿਆਨ ਕਦੇ ਨਹੀਂ ਮਾਰਿਆ। ਕਿਉਂ ਨਹੀਂ ਮਾਰਿਆ? ਕਿਉਂਕਿ ਕਰਤ ਵਿਕਾਰ, ਤੂੰ ਵਿਕਾਰਾਂ ਦੇ ਵਿੱਚ ਲੱਗਿਆ ਹੈ। ਤੇ ਕਿਵੇਂ ਕਹਿੰਦੇ, ਦੋ ਕਾਰ ਝਾਰਤ, ਕਰ ਕਹਿੰਦੇ ਨੇ ਹੱਥ ਨੂੰ। ਭਈ ਤੂੰ ਤਾਂ ਦੋਵੇਂ ਹੱਥ ਝਾੜ ਕੇ ਵਿਕਾਰਾਂ ਦੇ ਪਿੱਛੇ ਪੈ ਗਿਆ, ਜਿਹੜਾ ਸ਼ਬਦ ਵਰਤਿਆ ਜਾਂਦਾ ਹੈ ਵੀ ਤੂੰ ਤੇ ਹੱਥ ਧੋ ਕੇ ਪਿੱਛੇ ਪੈ ਗਿਆ, ਤੂੰ ਤੇ ਵਿਕਾਰਾਂ ਦੇ ਪਿੱਛੇ ਹੱਥ ਧੋ ਕੇ ਪੈ ਗਿਆ ਹੈ। ਉਧਰ ਕਦੇ ਧਿਆਨ ਨਹੀਂ ਦਿੱਤਾ ਕਿ ਸਵਾਸ ਘਟਦੇ ਜਾਂਦੇ ਨੇ। ਕਰਤ ਵਿਕਾਰ ਦੋ ਕਰ ਝਾਰਤ, ਰਾਮ ਰਤਨ ਰਿਦ ਤਿਲ ਨਹੀਂ ਧਾਰਤ। ਹੱਥ ਧੋ ਕੇ ਵਿਕਾਰਾਂ ਦੇ ਪਿੱਛੇ ਪਿਆ ਹੈ, ਤੇ ਉਹ ਜਿਹੜਾ ਰਾਮ ਹੈ, ਜਿਹੜਾ ਰਤਨਾਂ ਤੋਂ ਕੀਮਤੀ ਜਿੰਦਾ ਨਾਮ ਹੈ, ਉਹ ਇੱਕ ਤਿਲ ਵੀ ਕਦੇ ਆਪਣੇ ਹਿਰਦੇ ਵਿੱਚ ਧਾਰਨ ਨਹੀਂ ਕੀਤਾ, ਕਦੇ ਧਿਆਨ ਨਹੀਂ ਨਾ ਮਾਰਿਆ। ਇਹ ਪੂੰਜੀ ਜਿਹੜੀ ਹੈ ਇਹ ਨਦੀ ਵਗਦੀ ਜਾਂਦੀ, ਕਦੇ ਧਿਆਨ ਨਹੀਂ ਦਿੱਤਾ। ਤੇ ਕਿਉਂ ਨਹੀਂ ਧਿਆਨ ਦਿੱਤਾ? ਗੁਰੂ ਸਾਹਿਬ ਨੇ ਅਗਲੇ ਪਦ ਦੇ ਵਿੱਚ ਫਿਰ ਉਦਾਹਰਨ ਦੇ ਕੇ ਸਮਝਾਇਆ ਕਿ ਇੱਧਰ ਧਿਆਨ ਕਿਉਂ ਨਹੀਂ ਜਾਂਦਾ ਜੀ। ਕਹਿੰਦੇ ਭਰਨ ਪੋਖਣ ਸੰਗ ਔਦ ਵਿਹਾਣੀ। ਔਦ ਉਮਰ, ਉਮਰ ਤਾਂ ਬਤੀਤ ਹੁੰਦੀ ਜਾਂਦੀ ਹੈ, ਪਰ ਕਹਿਦੇ ਚ ਭਰਨ ਪੋਖਣ, ਆਪਣੇ ਪਾਲਣ ਪੋਸ਼ਣ 'ਚ ਸਿਰਫ ਢਿੱਡ ਭਰਨ ਦੇ ਵਿੱਚ ਉਮਰ ਬਤੀਤ ਕਰਦਾ ਜਾਂਦਾ, ਉੱਧਰ ਧਿਆਨ ਨਹੀਂ ਮਾਰਿਆ। ਔਰ ਸਤਿਗੁਰੂ ਜੀ ਧਿਆਨ ਸਾਡਾ ਦਿਵਾਉਂਦੇ ਨੇ, ਭਾਈ ਜੇ ਤੂੰ ਇਹ ਸਮਝ ਲਿਆ ਕਿ ਮੈਂ ਧਰਤੀ ਤੇ ਆਇਆ ਸਿਰਫ ਢਿੱਡ ਹੀ ਭਰਨਾ, ਸਿਰਫ ਖਾਣਾ ਹੀ ਹੈ, ਸਿਰਫ ਪੀਣਾ ਹੀ ਹੈ, ਤੇ ਕਹਿੰਦੇ ਫਿਰ ਢਿੱਡ ਤੇ ਗਧਾ ਵੀ ਭਰਦਾ ਹੈ। ਭਾਈ ਤੂੰ ਗਧਾ ਥੋੜੀ ਹੈ, ਤੂੰ ਇਨਸਾਨ ਹੈ। ਔਰ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ
ਕਿ ਧੋਤੇ ਖੋਲ ਵਿਛਾਏ ਹੇਠ, ਗਰਦ ਵਾਂਗੂ ਲਾਹੇ ਪੇਟ। ਗਧੇ ਦੀ ਤਰ੍ਹਾਂ ਤੂੰ ਪੇਟ ਭਰੀ ਜਾਂਦਾ ਹੈ। ਇਹ ਜੀਵਨ ਸਿਰਫ ਪਾਲਣ ਪੋਸ਼ਣ ਦੇ ਵਿੱਚ ਸਾਰਾ ਬਤੀਤ ਕਰ ਰਿਹਾ ਹੈ। ਜੈ ਜਗਦੀਸ਼ ਕੇ ਗਤ ਨਹੀਂ ਜਾਣੀ। ਜਗਦੀਸ਼ ਜਿਹੜਾ ਜਗਤ ਦਾ ਈਸ਼ਰ ਹੈ, ਜਿੰਦੇ ਸਾਰੇ ਜੈ ਜੈਕਾਰ ਕਰਦੇ ਨੇ, ਜਿੰਦੇ ਤਿੰਨਾਂ ਲੋਕਾਂ ਦੇ ਵਿੱਚ ਜੈ ਹੁੰਦੀ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਉਸ ਜਗਤ ਦੇ ਮਾਲਕ ਦੀ ਤੂੰ ਗਤੀ ਨੂੰ ਜਾਣਿਆ ਨਹੀਂ, ਉਹਦੇ ਬਾਰੇ ਕਦੇ ਵਿਚਾਰ ਕੀਤੀ ਨਹੀਂ, ਉਧਰ ਕਦੇ ਧਿਆਨ ਦਿੱਤਾ ਹੀ ਨਹੀਂ। ਇਹ ਸਾਰੀ ਜ਼ਿੰਦਗੀ ਕਹਿੰਦੇ ਨੇ, ਇਹ ਉਮਰ ਇਹ ਸਵਾਸਾਂ ਦੀ ਨਦੀ ਵਗਦੀ ਜਾ ਰਹੀ ਹੈ, ਬਹਿਤੀ ਜਾਤ, ਕਦੇ ਦ੍ਰਿਸ਼ਟ ਨ ਧਾਰਤ। ਤੇ ਸਤਿਗੁਰੂ ਜੀ ਕਰੀਏ ਕੀ? ਕਿਵੇਂ ਉਧਰ ਦ੍ਰਿਸ਼ਟੀ ਜਾਏ, ਕਿਵੇਂ ਧਿਆਨ ਜਾਏ? ਅਖੀਰਲੇ ਪਦੇ 'ਚ ਗੁਰੂ ਸਾਹਿਬ ਨੇ ਸਾਡਾ ਉਧਰ ਧਿਆਨ ਵੀ ਦਵਾਇਆ, ਔਰ ਢੰਗ ਤਰੀਕਾ ਵੀ ਦੱਸਿਆ ਹੈ। ਕਹਿੰਦੇ ਸ਼ਰਨ ਸਮਰੱਥ ਅਗੋਚਰ ਸੁਆਮੀ। ਅਗੋਚਰ ਕਹਿੰਦੇ ਨੇ ਜਿਹੜੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਜਿਹੜਾ ਸੁਆਮੀ, ਜਿਹੜਾ ਮਾਲਕ ਸਾਰੇ ਤਰ੍ਹਾਂ ਦੇ ਨਾਲ ਸਮਰੱਥ ਹੈ, ਜਿੱਥੋਂ ਤੱਕ ਪਹੁੰਚ ਤੇ ਨਹੀਂ ਹੋ ਸਕਦੀ, ਕਿਉਂਕਿ ਉਹ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਹੈ ਹੀ ਪਰੇ। ਕਹਿੰਦੇ ਰੱਬ ਜੇ ਤੂੰ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਸਾਡੇ ਪਹੁੰਚ ਨਹੀਂ, ਪਰ ਫਿਰ ਵੀ ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ, ਬਸ ਇਹ ਅਰਦਾਸ ਕਰ। ਤੇ ਜਿੱਦਣ ਮੈਂ ਮੇਰੇ ਨੂੰ ਛੱਡ ਕੇ ਸੱਚਮੁੱਚ ਸ਼ਰਨ ਦੇ ਵਿੱਚ ਆਏਗਾ ਨਾ, ਇਹ ਧਿਆਨ ਜਾਣਾ ਹੀ ਉਦਣ ਕਿ ਇੰਨੇ ਸਵਾਸ, ਇੰਨੇ ਦਿਨ, ਇੰਨੀ ਉਮਰ ਜਿਹੜੀ ਹੀਰੇ ਜੈਸਾ ਜਨਮ ਹੈ, ਉਹ ਸਮਝ ਲੱਗੇਗੀ ਕਿ ਕੌਡੀਆਂ ਬਦਲੀ ਚਲਾ ਗਿਆ। ਸ਼ਰਨ ਸਮਰੱਥ ਅਗੋਚਰ ਸੁਆਮੀ, ਉਧਰ ਨਾਨਕ ਪ੍ਰਭ ਅੰਤਰਜਾਮੀ। ਸਾਡੇ ਕੋਲ ਸਮਝ ਨਹੀਂ, ਸਾਡੇ ਕੋਲ ਸੂਝ ਨਹੀਂ ਕਿ ਤੇਰੇ ਤੱਕ ਪਹੁੰਚ ਹੋ ਸਕੇ, ਪਰ ਤੇਰੀ ਸ਼ਰਨ ਵਿੱਚ ਆਏ ਹਾਂ। ਤੂੰ ਸਮਰੱਥ ਹੈ, ਤੂੰ ਸਾਡੇ ਅੰਦਰ ਦੀਆਂ ਜਾਣਨ ਵਾਲੇ, ਕਿਰਪਾ ਕਰੋ। ਉਧਰ ਦਰਦ ਹੁੰਦਾ, ਉਧਾਰ ਲਓ ਸਾਨੂੰ, ਇਸ ਮਾਇਆ ਦੇ ਮੋਹ ਤੋਂ ਤਾਰ ਲਓ, ਕਿਉਂਕਿ ਮਾਇਆ ਦੇ ਬੰਧਨ ਬੰਨੇ ਨੇ ਨਾ, ਮਾਇਆ ਮੋਹ ਬੰਦੇ ਨਿਤ ਪਾਰ 'ਚ। ਇਸ ਮਾਇਆ ਤੋਂ, ਇਸ ਮੋਹ ਤੋਂ, ਇਸ ਭਰਮ ਤੋਂ ਸਾਨੂੰ ਬਚਾ ਲਓ, ਇਹਦੇ ਤੋਂ ਸਾਨੂੰ ਪਾਰ ਕਰ ਦਿਓ, ਉਧਰ ਦਰਦ ਪਾਰ ਉਤਾਰਾ ਕਰ ਦਿਓ। ਔਰ ਸਤਿਗੁਰੂ ਜੀ ਕਿਰਪਾ ਕਰਨ, ਜਿੱਦਣ ਸੱਚਮੁੱਚ ਗੁਰੂ ਦੀ ਸ਼ਰਨ ਵਿੱਚ ਮੈਂ ਮੇਰੀ ਛੱਡ ਕੇ, ਆਪਣੀ ਸਿਆਣਪ ਛੱਡ ਕੇ ਗੁਰੂ ਦੇ ਮੱਤ ਨੂੰ ਧਾਰਨ ਕਰਾਂਗੇ, ਤੇ ਉਦੋਂ ਹੋ ਸਕਦਾ ਗੁਰੂ ਦੀ ਕਿਰਪਾ ਹੋਵੇ ਤੇ ਸਾਨੂੰ ਸਮਝ ਆਵੇ। ਦੇਖੋ, ਜਿਹੜੀ ਮੋਹ ਮਾਇਆ ਦੇ ਵਿੱਚ ਅਸੀਂ ਰਹਿ ਰਹੇ ਹਾਂ, ਰਹਿਣਾ ਮੋਹ ਮਾਇਆ ਦੇ ਵਿੱਚ ਹੀ ਹੈ। ਇਹ ਰੱਬ ਦੀ ਬਣਾਈ ਹੋਈ, ਇਹਨੂੰ ਛੱਡ ਕੇ ਕਿਤੇ ਜੰਗਲਾਂ 'ਚ ਨਹੀਂ ਜਾਣਾ। ਪਰ ਇਹ ਗਿਆਨ ਵੀ ਜਿਹੜਾ ਗੁਰੂ ਸਾਹਿਬ ਜੀ ਕਹਿੰਦੇ ਨੇ, ਜੇ ਗਿਆਨ ਮਿਲਣਾ ਗੁਰੂ ਦੀ ਕਿਰਪਾ ਨਾਲ ਮਿਲਣਾ, ਤੇਰੇ ਅੰਦਰੋਂ ਹੀ ਹੈ। ਇਸ ਨੂੰ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼। ਇਸ ਨੂੰ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਸਭ ਕੁਛ ਘਰ ਮੈਂ ਬਾਹਰ ਨਹੀਂ। ਬਸ ਅਰਦਾਸ ਕਰਕੇ ਤੇਰੀ ਸ਼ਰਨ ਵਿੱਚ ਆਏ ਹਾਂ, ਕਿਰਪਾ ਕਰਕੇ ਇਹ ਅੰਦਰ ਜਿਹੜਾ ਬੁੱਝਿਆ ਹੋਇਆ ਦੀਵਾ ਹੈ, ਇਹਨੂੰ ਬਾਲ ਦਿਓ। ਹੋਈਏ ਭੁੱਲਾਂ ਦੀ ਖਿਮਾ। ਆਓ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ